वाहिगुरु जी का खालसा वाहिगुरु जी की फतेह। परम सन्मानयोग सतगुरां दे हजूर जुड़ मिल बैठे रब रूप गुरमुख सतसंगी जन, सतगुरु जी की रहमत नाल सतगुरु जी के दर जुड़न का समा नसीब होया। गुरु की प्यारी बाणी का कीर्तन गुरु के प्यारे कीर्तनिया पासों आप जी ने सरवण किया। सतगुरु जी के चरणों में जुड़ के गुरु की बाणी द्वारा वाहिगुरु नाल जुड़न का सांझ पाउण का यतन कर रहे हैं। सतगुरु समझाते हैं कि वो वाहिगुरु बहुत बेअंत है, उदा कोई अंत कोई पारावार नहीं है। किसी भी पक्षों किसी भी तरह उसका अंत नहीं कदे जानिया जा सकता। सिर्फ उसनूं बेअंत ही कहा जा सकता है, बस कि वो बेअंत है। दुनिया भर दे धर्म ग्रंथां विच उसनूं बेअंत ही कहा गया, जिदा अंत ना पाया जा सके, जिदी कोई सीमा नहीं है, जिदी कोई हद नहीं है, जिदा कोई उर्वार पार नहीं है, जिदा कोई पारावार नहीं। असीं विच विचाले हाँ ते इसे नूं असीं सब कुछ समझदे हां, जद के इहदा उरला ते परला बनना सानू पता ही नहीं है। इसलिए सतगुरु कहंदे वो अपने बारे आप ही जानदा है। वो परमेश्वर खुद बारे खुद ही जानदा है, उस बारे कोई दूसरा नहीं जानदा, उस बारे कदे कोई दूसरा दस नहीं सकता है। की दसेगा? इसलिए अज दे इस पावन शब्द अंदर गुरु नानक साहब महाराज कृपा करके समझाते हैं। सतगुरु कहते वो वाहिगुरु जिहड़ा सब कासे दा मालक, जिहदे वर्गा गहर गंभीर गुणा दा गहीर होर कोई नहीं, मेरा वो मालक। हे सच्चे पातशाह, हे मेरे वाहिगुरु, तू बड़ा बेअंत है, तू सब तो वड्डा है। उस वड्डे वर्गा होर कोई वड्डा इस दुनिया दे विच है ही नहीं। इस जगत विच जे कोई बंदा वड्डा नज़र आउंदा है तां ओह वड्डा किसी चीज़ करके वड्डा नज़र आउंदा है। वड्डा घर है इस करके वड्डा नज़र आउंदा है, वड्डा रुतबा है, वड्डा औहदा है, इस करके वड्डा नज़र आउंदा है। बस बंदे दे कोल वड्डा होण दे लई होर है की है? इन्हां चीज़ां तो बिना कुछ भी नहीं है। सतगुरु कहंदे वो वाहिगुरु ही असल विच सब तो वड्डा है। ओही इस करके वड्डे मेरे साहिबा, हे मेरे साहिब मेरे वाहिगुरु गहर गंभीरा। वाहिगुरु बहुत गहर, बड़ा गहरा ते बड़ा गंभीर। उहदे वर्गा गंभीर कोई भी नहीं। जिन्नी वो साडी फिक्र करदा है उन्ना होर कोई भी नहीं करता है।
ਜਿੰਨੀ ਉਹ ਸਾਡੀ ਕੇਅਰ ਕਰਦਾ ਹੈ, ਦੇਖਭਾਲ ਕਰਦਾ ਹੈ, ਸ਼ਾਇਦ ਇੰਨਾ ਹੋਰ ਕੋਈ ਕਰ ਵੀ ਨਾ ਸਕੇ। ਅਸੀਂ ਸਭ ਤੋਂ ਵੱਧ ਦੇਖਭਾਲ ਕਰਨ ਵਾਲਾ ਜੇ ਕਿਸੇ ਨੂੰ ਕਹਿੰਦੇ ਆ ਤਾਂ ਉਹ ਮਾਂ ਨੂੰ ਕਹਿੰਦੇ ਆ ਕਿ ਮਾਂ ਹੈ ਜਿਹੜੀ ਬੱਚੇ ਦੇ ਪ੍ਰਤੀ ਬੜੀ ਗੰਭੀਰ ਹੈ। ਉਹ ਉਹਦਾ ਬੜਾ ਧਿਆਨ ਰੱਖਦੀ ਹੈ, ਉਹਦਾ ਬੜਾ ਖਿਆਲ ਕਰਦੀ ਹੈ ਉਹਦਾ। ਪਰ ਗੌਰ ਕਰਨਾ, ਕਦੇ ਕਦੇ ਉਹ ਵੀ ਦੁਖੀ ਹੋ ਜਾਂਦੀ ਹੈ ਬੱਚੇ ਦੀਆਂ ਹਰਕਤਾਂ ਤੋਂ, ਉਹਦੀ ਜ਼ਿੱਦ ਤੋਂ, ਬੱਚੇ ਦੇ ਅੜੀਅਲ ਸੁਭਾਅ ਤੋਂ, ਜੋ ਕਿ ਬਚਪਨ ਵਿੱਚ ਛੋਟਾ ਬੱਚਾ ਕਰਦਾ ਹੀ ਹੈ। ਉਹ ਵੀ ਗੁੱਸੇ ਹੋ ਜਾਂਦੀ ਹੈ, ਉਹ ਵੀ ਬੱਚੇ ਦੇ ਉੱਤੇ ਖਿਝ ਜਾਂਦੀ ਹੈ। ਇਸ ਲਈ ਉਹਦੇ ਅੰਦਰ ਸਭ ਗੁਣ ਮੌਜੂਦ ਨੇ, ਉਸ ਔਰਤ ਅੰਦਰ, ਉਸ ਮਾਂ ਅੰਦਰ। ਬਸ ਆ ਜਰਾ ਜੀ ਗੱਲ ਇਹੀ ਥੋੜਾ ਜਿਹਾ ਅੰਤਰ ਪੈਦਾ ਕਰ ਦਿੰਦੀ ਹੈ। ਬਸ ਇੱਥੇ ਹੀ ਥੋੜਾ ਜਿਹਾ ਭੇਦ ਪੈ ਜਾਂਦਾ ਹੈ। ਪਰਮੇਸ਼ਰ ਐਸਾ ਗੰਭੀਰ ਹੈ ਕਿ ਲੋਕ ਜਿਹੋ ਜਿਹੇ ਵੀ ਸੁਭਾਅ ਦੇ ਮਾਲਕ ਹੋਣ, ਅੜੀਅਲ ਹੋਣ, ਗੁਸੈਲ ਹੋਣ, ਜੈਸੇ ਵੀ ਹੋਣ, ਵਾਹਿਗੁਰੂ ਕਦੇ ਉਹਨਾਂ ਤੇ ਖਿਝਦਾ ਨਹੀਂ ਹੈ, ਕਦੇ ਉਹਨਾਂ ਤੇ ਗੁੱਸੇ ਨਹੀਂ ਹੁੰਦਾ ਹੈ। ਬਸ ਇਹੀ ਇੱਕ ਚੀਜ਼ ਜੋ ਭਿੰਨ ਕਰ ਲੈਂਦੀ ਹੈ, ਇੱਥੇ ਫਰਕ ਪੈ ਜਾਂਦਾ ਹੈ। ਇਸ ਕਰਕੇ ਵਾਹਿਗੁਰੂ ਜੈਸਾ ਕੋਈ ਵੀ ਗੈਰ ਗੰਭੀਰ ਨਹੀਂ ਹੈ। ਸਤਿਗੁਰੂ ਨੇ ਤੇ ਇੱਥੋਂ ਤੱਕ ਕਿਹਾ, ਸਤਿਗੁਰੂ ਕਹਿੰਦੇ ਔਰਤ ਤਾਂ ਮਾਂ ਤਾਂ ਸਿਰਫ ਗਰਭ ਤੋਂ ਬਾਹਰ ਜਦੋਂ ਬੱਚਾ ਆਉਂਦਾ, ਜਨਮ ਲੈਂਦਾ, ਉਹ ਉਸ ਵਕਤ ਉਹਦੀ ਸੰਭਾਲ ਕਰਦੀ ਹੈ। ਪਰ ਉਹ ਵਾਹਿਗੁਰੂ ਤਾਂ ਮਾਂ ਦੇ ਪੇਟ ਵਿੱਚ ਵੀ ਬੰਦੇ ਨੂੰ ਸੰਭਾਲਦਾ ਹੈ। ਸਤਿਗੁਰੂ ਕਹਿੰਦੇ ਔਰ ਕੀ ਬਾਤ ਕਹਾਂ ਕਹੇ ਤੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਉਥੇ ਗਰਭ ਵਿੱਚ ਵੀ ਸਾਡੀ ਪਾਲਣਾ ਕਰਦਾ ਹੈ, ਸਾਡੀ ਸੰਭਾਲ ਕਰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਉਹਦੇ ਵਰਗਾ ਗਹਿਰ ਗੰਭੀਰ ਕੋਈ ਨਹੀਂ। ਜਿੰਨਾ ਗਹਿਰਾਈ ਵਿੱਚ ਉਹ ਸੋਚਦਾ ਅਸੀਂ ਕਦੇ ਵੀ ਨਹੀਂ ਸੋਚ ਪਾਉਂਦੇ। ਜਿੰਨਾ ਗਹਿਰਾ ਕਿ ਉਸਨੇ ਸਭ ਕੁਝ ਪਹਿਲਾਂ ਹੀ ਸੋਚ ਰੱਖਿਆ, ਸਭ ਕੁਝ। ਇਸ ਲਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਗੁਣਾ ਦਾ ਗਹੀਰ, ਕਿ ਗੁਣਾ ਦਾ ਖਜ਼ਾਨਾ। ਉਸ ਵਾਹਿਗੁਰੂ ਅੰਦਰ ਬੇਅੰਤ ਗੁਣ ਨੇ, ਉਹਦੇ ਗੁਣਾਂ ਦਾ ਕੋਈ ਅੰਤ ਨਹੀਂ। ਗੁਣੀ ਗਹੀਰ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। हे ਵਾਹਿਗੁਰੂ ਤੇਰਾ ਕੋਈ ਨਹੀਂ ਜਾਣਦਾ ਕਿ ਕਿੱਡਾ ਕੋ ਵਿਸਥਾਰ ਹੈ ਤੇਰਾ, ਕਿੰਨਾ ਕੋ ਵਿਸਥਾਰ ਹੈ। ਵਾਹਿਗੁਰੂ ਦਾ ਵਿਸਥਾਰ ਕਿੰਨਾ ਕੋਈ ਵੀ ਨਹੀਂ ਜਾਣਦਾ। ਪਰਮੇਸ਼ਰ ਦਾ ਖਿਲਾਰ, ਇਹ ਸਾਰਾ ਬ੍ਰਹਿਮੰਡ ਉਹਦਾ ਖਿਲਾਰ ਹੈ, ਉਹਦਾ ਵਿਸਥਾਰ ਹੈ, ਉਸ ਨੂੰ ਕੋਈ ਨਹੀਂ ਜਾਣਦਾ ਹੈ। ਵਿਗਿਆਨ ਦੇ ਵੀ ਹੱਥ ਖੜੇ ਨੇ ਕਿ ਅਸੀਂ ਨਹੀਂ ਜਾਣਦੇ ਕਿ ਕਿੰਨਾ ਕੁ ਵਿਸਥਾਰ ਹੈ। ਉਹ ਕਹਿੰਦੇ ਜਿੰਨਾ ਝੂਠ ਬੋਲ ਲਓ ਓਨਾ ਹੀ ਘੱਟ, ਕਿਉਂਕਿ ਇੰਨਾ ਕੁ ਜ਼ਿਆਦਾ ਹੈ ਸੁਣਨ ਨੂੰ ਝੂਠ ਹੀ ਲੱਗੇਗਾ ਕਿ ਵਾਹਿਗੁਰੂ ਦਾ ਵਿਸਥਾਰ ਇੰਨਾ ਜ਼ਿਆਦਾ ਹੈ ਕਿ ਉਹਨੂੰ ਬਿਆਨ ਵੀ ਨਹੀਂ ਕੀਤਾ ਜਾ ਸਕੇਗਾ। ਵਾਹਿਗੁਰੂ ਦਾ ਇਸ ਬ੍ਰਹਿਮੰਡ ਇੰਨਾ ਕੁ ਵਿਸ਼ਾਲ ਹੈ ਕਿ ਅਸੀਂ ਕਦੇ ਉਹਦੇ ਤੱਕ ਪਹੁੰਚ ਵੀ ਨਹੀਂ ਸਕਾਂਗੇ। ਸਾਡੀ ਉਮਰ ਜ਼ਿਆਦਾਤਰ ਕਿੰਨੀ ਕੁ ਹੁੰਦੀ ਹੈ? 50 ਸਾਲ, 60 ਸਾਲ, 70 ਸਾਲ। ਮੰਨ ਲਓ ਕਿ ਜੇ ਕੋਈ ਬੰਦਾ ਪੂਰਾ 100 ਸਾਲ ਜਾਂ ਇਸ ਤੋਂ ਵੱਧ ਵੀ ਜੀਵੇ, 100 ਸਾਲ ਤੋਂ ਵੱਧ ਸਮਾਂ ਵੀ ਲੱਗ ਜਾਏਗਾ ਧਰਤੀ ਵਰਗੀਆਂ ਹੋਰ ਧਰਤੀਆਂ ਤੱਕ ਪਹੁੰਚਣ ਲਈ। ਉਹ ਵੀ ਤਾਂ
जे बंदे दे कोल प्रकाश की गति नाल चलण वाला कोई रॉकेट, कोई जहाज़, कोई ऐसा साधन होवे तां, जो कि बनना बहुत मुश्किल है। जे किधरे विज्ञानक कहते ने जे किधरे बन भी जावे, जे असीं प्रकाश की गति नाल, प्रकाश की स्पीड नाल चलण वाला यंत्र बना लीए, जिमें सूरज की किरण नूं धरती तक पहुँचण लई, प्रकाश नूं धरती तक पहुँचण लई कोई 12 को 13 मिनट लगते हैं। सूरज तो धरती की किरण इन्ने टाइम विच पहुँच जाती है, ते हज़ारां लखां किलोमीटर की दूरी है। जे किधरे इस तरह प्रकाश की गति वर्गा कोई यंत्र, कोई रॉकेट, कोई जहाज़ बंदा कदे बना सके तां भी धरती वर्गे होर ग्रहां ते जाना, उन्हां तक पहुँच करनी बहुत मुश्किल है, क्योंकि 100 साल तो भी वध समा लग जाएगा उन्हां तक पहुँचण दे लई। ते बंदे दी उम्र 100 साल मसां हुंदी है, 70-80 साल बंदे दी उम्र मसां हुंदी है। इसलिए वाहिगुरू दे विस्तार दा अंत असीं कदे भी नहीं पा सकते। सतगुरु कहंदे किन्ना को विस्तार है कोई भी नहीं जानदा है। ऐसियां गैलेक्सियां किन्नियां कु ने दसियां नहीं जा सकदियां। एहो जे सूरज, एहो जे चंद किन्ने कु ने बयान नहीं किए जा सकते। इन्हों दसना, इन्हों दर्शाना बहुत औखा है। किसी भी तरह बयान नहीं किया जा सकता, किसी भी तरह दसिया नहीं जा सकता। इसलिए सिर्फ बेअंत ही कहा जाता है कि वह बेअंत है। सतगुरु कहते कोई नहीं जानता, कोई ना जाने तेरा केता केवड़ चीरा, तेरा चीरा, तेरा विस्तार, केता किड्डा को है, किन्ना को वड्डा है, कोई नहीं दस सकता। धरती का खेत्रफल किन्ना है बंदा दस सकता है। जिस शहर विच, जिस पिंड विच असीं रहंदे हां उहदा किन्ना को खेत्रफल है, किन्नी को जमीन है, असीं दस सकते हैं। समंदर किन्ने क गहरे ने बंदा दस सकता है अज दे समय विच, क्योंकि इस बंदे ने समंदर की गहराई नूं नाप लिया। इत्थों तक ये भी बंदा दस सकता है कि समंदर की गहराई विच की छिपिया होया है। बहुत कुछ, सब कुछ दस सकता है बंदा, पर उस परमात्मा का विस्तार नहीं दस सकता है। उहदा चीरा किड्डा है वो नहीं दस सकता। इसलिए सतगुरु कहते कोई ना जाने, कोई नहीं जानता है कि वाहिगुरू का विस्तार किड्डा है। ते फिर लोग गल्लां किवें कर लेंदे ने, लोग परमेश्वर के संबंध में किवें गल्लां बयान कर रहे हैं। घंटियां बद्धी लोग लैक्चर दे लेंदे ने, कथा विचारां कर लेंदे ने। तो सतगुरु ने फिर उहदा जवाब दिता है। सतगुरु कहंदे सुण वड्डा आखै सब कोई। सतगुरु कहंदे सुन सुन के लोग आखी जाते हैं। सुन सुन के, सुन लिया किसी पीर फकीर दे कोलों, सुन लिया किसी साधु कोलों, सुन लिया धर्म ग्रंथां विचों, सुन लिया, बस सुन लिया विज्ञानकां कोलों। असीं तां देखिया नहीं, पर विज्ञानकां ने देख लिया। जिहड़े नासा ने उपग्रह जिहड़े छड्डे, टैलीस्कोप छड्डे, उन्होंने बहुत सारे वॉयजर 1, वॉयजर 2, उन्होंने बहुत कुछ दसिया बंदे नूं। ऐसे बहुत सारे हबल टैलीस्कोप, ऐसे बहुत सारे ने जिहड़े उन्होंने छड्डे आकाश विच। अज तो 40 साल पहला, 50 साल पहला जिहड़े उन्होंने छड्डे, उन्होंने बहुत जानकारियां दित्तियां बंदे नूं।
ਉਹਨਾਂ ਦੇ ਕੋਲੋਂ ਮੇਰੇ ਵਰਗਿਆਂ ਨੇ ਜਾਂ ਹੋਰਨਾਂ ਨੇ ਸੁਣ ਲਿਆ, ਪੜ੍ਹ ਲਿਆ, ਤੇ ਉਹ ਸੁਣ ਕੇ ਤੇ ਪੜ੍ਹ ਕੇ ਦੱਸ ਰਹੇ ਨੇ, ਪਰ ਅੱਖਾਂ ਨਾਲ ਕਿਸੇ ਵਿਰਲੇ ਨੇ ਦੇਖਿਆ, ਸਭ ਨੇ ਨਹੀਂ। ਇਸ ਲਈ ਸੁਣਿਆ ਸੁਣਾਇਆ ਗਿਆਨ ਜ਼ਿਆਦਾ ਹੈ ਇਸ ਸੰਸਾਰ ਵਿੱਚ। ਸੁਣੀਆਂ ਸੁਣਾਈਆਂ ਗੱਲਾਂ ਜ਼ਿਆਦਾ ਹੁੰਦੀਆਂ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਸੁਣ ਵੱਡਾ ਆਖੈ ਸਭ ਕੋਈ। ਸਭ ਕੋਈ, ਹਰ ਕੋਈ ਸੁਣ ਸੁਣ ਕੇ ਕਹਿੰਦਾ ਕਿ ਵਾਹਿਗੁਰੂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਪਰ ਸਤਿਗੁਰੂ ਕਹਿੰਦੇ ਕੀ ਕਿਸੇ ਨੇ ਦੇਖਿਆ ਕਿ ਕਿੱਡਾ ਕੁ ਵੱਡਾ ਹੈ? ਕੇਵਡ ਵੱਡਾ ਡੀਠਾ ਹੋਈ। ਕਿੱਡਾ ਕੁ ਵੱਡਾ ਹੈ ਕਿ ਦੇਖਣ ਤੇ ਪਤਾ ਚੱਲਦਾ ਹੈ। ਸਾਡੀਆਂ ਅੱਖਾਂ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਸ ਨੂੰ ਦੇਖ ਸਕਣ। ਸਾਡੀ ਨਿਗਾਹ ਬਹੁਤੀ ਦੂਰ ਤੱਕ ਨਹੀਂ ਜਾਂਦੀ, ਇਹਦੀ ਸੀਮਾ ਹੈ, ਇਹਦੀ ਹੱਦ ਹੈ। ਤੇ ਇਹ ਵੀ ਹੈ ਕਿ ਇੱਕੋ ਵੇਲੇ ਇਹ ਸਾਰੀਆਂ ਚੀਜ਼ਾਂ ਨਹੀਂ ਦੇਖ ਸਕਦੀ। ਇੱਕੋ ਵੇਲੇ ਕਿਸੇ ਇੱਕ ਬੰਦੇ ਨੂੰ ਨਹੀਂ ਦੇਖ ਸਕਦੀ, ਇੱਕੋ ਵੇਲੇ ਉਸ ਦੇ ਸਾਰੇ ਸਰੀਰ ਨੂੰ ਨਹੀਂ ਦੇਖ ਸਕਦੀ ਸਾਡੀ ਅੱਖ। ਤੁਸੀਂ ਦੇਖੋਗੇ ਕਿਸੇ ਨੂੰ, ਜਾਂ ਉਹਦੀਆਂ ਅੱਖਾਂ ਦੇਖੋਗੇ, ਜਾਂ ਉਹਦਾ ਨੱਕ ਦੇਖੋਗੇ, ਜਾਂ ਉਹਦੇ ਕੰਨ ਦੇਖੋਗੇ, ਜਾਂ ਉਹਦੇ ਸਿਰ ਤੇ ਵੱਜੀ ਪੱਗ ਦੇਖੋਗੇ, ਜਾਂ ਉਹਦੀ ਦਾੜੀ ਦੇਖੋਗੇ, ਜਾਂ ਉਹਦੇ ਕੱਪੜੇ ਦੇਖੋਗੇ, ਜਾਂ ਉਹਦੀ ਸ਼ਰਟ ਦੇਖੋਗੇ, ਜਾਂ ਪੈਂਟ ਦੇਖੋਗੇ, ਜਾਂ ਹੱਥ ਦੇਖੋਗੇ, ਜਾਂ ਪੈਰ ਦੇਖੋਗੇ। ਇੱਕੋ ਵੇਲੇ ਇੱਕ ਚੀਜ਼ ਹੀ ਦੇਖ ਸਕਦੇ ਹੋ। ਪੂਰਾ ਸਰੀਰ ਇੱਕੋ ਵੇਲੇ ਨਹੀਂ ਦੇਖਿਆ ਜਾ ਸਕਦਾ। ਇੱਕੋ ਵੇਲੇ ਬਹੁਤ ਸਾਰੇ ਲੋਕ ਬੈਠੇ ਹੋਣ, ਇੱਕੋ ਵੇਲੇ ਸਭ ਨੂੰ ਨਹੀਂ ਦੇਖ ਸਕਦੇ, ਇਕੱਲੇ ਇਕੱਲੇ ਨੂੰ ਦੇਖੋਗੇ, ਕਿਉਂਕਿ ਅੱਖਾਂ ਵਿੱਚ ਇੰਨੀ ਸਮਰੱਥਾ ਨਹੀਂ ਹੈ। ਤੁਸੀਂ ਇੱਕ ਚੀਜ਼ ਨੂੰ ਦੇਖ ਰਹੇ ਹੋ, ਇੱਥੇ ਜਿੰਨੇ ਲੋਕ ਬੈਠੇ ਨੇ ਤੁਸੀਂ ਇੱਕ ਨੂੰ ਦੇਖ ਰਹੇ ਹੋ, ਬਾਕੀ ਬਲਰ ਹੋ ਗਏ। ਦੂਸਰੇ ਨੂੰ ਦੇਖੋਗੇ ਤਾਂ ਪਹਿਲੇ ਤੋਂ ਧਿਆਨ ਹਟਾਉਣਾ ਪਏਗਾ ਦੂਸਰੇ ਵੱਲ, ਤੀਸਰੇ ਨੂੰ ਦੇਖੋਗੇ ਤਾਂ ਦੂਸਰੇ ਤੋਂ ਹਟਾਉਣਾ ਪਏਗਾ। ਬਸ ਤੁਸੀਂ ਆਪਣੀਆਂ ਅੱਖਾਂ ਦੀ ਕਮਜ਼ੋਰੀ ਜਾਣ ਲਵੋ ਕਿ ਅੱਖਾਂ ਵਿੱਚ ਇੰਨਾ ਬਲ ਨਹੀਂ ਹੈ। ਇਹ ਤਾਂ ਬੰਦੇ ਦੀ ਗੱਲ ਹੋ ਰਹੀ, ਇਹ ਤਾਂ ਚੀਜ਼ਾਂ ਦੀ ਗੱਲ ਹੋ ਰਹੀ। ਉਸ ਪ੍ਰਮਾਤਮਾ ਨੂੰ ਕਿੱਥੋਂ ਪਕੜ ਲੈਣਗੀਆਂ ਇਹ ਅੱਖਾਂ? ਇਸ ਲਈ ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਨਾਨਕ ਸੇ ਅੱਖੜੀਆਂ ਬਿਆਨ। ਉਹ ਅੱਖਾਂ ਹੋਰ ਨੇ ਜਿਨ੍ਹਾਂ ਡਸੰਦੋ ਮਾਂ ਪੀਰੀ, ਜਿਨ੍ਹਾਂ ਨਾਲ ਰੱਬ ਦੀਦਾ, ਜਿਨ੍ਹਾਂ ਨਾਲ ਪਰਮੇਸ਼ਰ ਦੀਦਾ। ਤੇ ਉਸ ਵਾਹਿਗੁਰੂ ਦਾ ਤੇ ਇੰਨਾ ਵਿਸਥਾਰ ਹੈ, ਸਤਿਗੁਰੂ ਕਹਿੰਦੇ ਉਹ ਤੇ ਨਜ਼ਰ ਨਹੀਂ ਪੈਂਦਾ ਕਿ ਉਸ ਨੂੰ ਕਿਸੇ ਨੇ ਦੇਖਿਆ, ਕਿ ਉਸ ਨੂੰ ਕਿਸੇ ਨੇ ਜਾਣਿਆ ਕਿ ਉਹ ਕਿੱਡਾ ਕੁ ਵੱਡਾ ਹੈ, ਉਹ ਕਿੰਨਾ ਕੁ ਵਿਸ਼ਾਲ ਹੈ। ਕਿਸੇ ਨੇ ਆਪਣੀ ਅੱਖ ਨਾਲ ਦੇਖਿਆ ਹੋਵੇਗਾ ਕਿਸੇ ਨੇ, ਪਰ ਉਹ ਦੱਸਣ ਜੋਗਾ ਨਾ ਰਿਹਾ, ਉਹ ਵਾਪਸ ਮੁੜਨ ਜੋਗਾ ਨਾ ਰਿਹਾ। ਉਹ ਵਾਪਸ ਮੁੜ ਕੇ ਨਹੀਂ ਦੱਸ ਸਕਿਆ ਕਿ ਕਿੰਨਾ ਕੁ ਵਿਸਥਾਰ ਹੈ, ਕਿੰਨਾ ਕੁ ਵਿਸ਼ਾਲ ਹੈ। ਐਸਾ ਹੀ ਹੈ, ਉਹ ਵਾਪਸ ਆਉਂਦਾ ਹੀ ਨਹੀਂ, ਕਿਉਂਕਿ ਉਹਦੇ ਵਿੱਚ ਹੀ ਲੀਨ ਹੋ ਜਾਂਦਾ। ਨਦੀ ਸਮੁੰਦਰ ਵਿੱਚ ਸਮਾ ਜਾਂਦੀ ਤੇ ਉਹ ਸਮੁੰਦਰ ਦਾ ਰੂਪ ਹੋ ਜਾਂਦੀ। ਹੁਣ ਉਹ ਕੀ ਦੱਸੇ ਕਿ ਸਮੁੰਦਰ ਕੈਸਾ ਹੈ? ਉਹ ਦੱਸ ਸਕਦੀ ਹੈ? ਉਹ ਨਹੀਂ ਦੱਸ ਸਕਦੀ, ਕਿਉਂਕਿ ਹੁਣ ਉਹ ਉਹਦੇ ਵਿੱਚ ਰਲ ਕੇ ਉਹਦਾ ਹੀ ਰੂਪ ਹੋ ਗਈ। ਇਸ ਲਈ ਉਹਨੇ ਜਾਣਿਆ ਨਹੀਂ ਉਸ ਨੂੰ, ਉਹਦੇ ਵਿੱਚ ਸਮਾ ਗਈ ਹੈ। ਉਹ ਉਹਦੇ ਵਿੱਚ ਸਮਾ ਗਈ। ਇੱਕ ਅਰਥ ਵਿੱਚ ਉਹਨੇ ਜਾਣ ਵੀ ਲਿਆ ਤੇ ਇੱਕ ਅਰਥ ਵਿੱਚ ਨਹੀਂ ਵੀ। ਉਹਦੇ ਵਿੱਚ ਲੀਨ ਹੋ ਗਈ, ਲੀਨ ਹੋ ਕੇ ਉਹ ਮਿਟ ਗਈ। ਨਦੀ ਨਦੀ ਨਾ ਰਹੀ, ਨਦੀ ਸਮੁੰਦਰ ਹੋ ਗਈ। ਬਿਲਕੁਲ ਐਸਾ ਹੀ ਹੈ। ਸਤਿਗੁਰੂ ਕਹਿੰਦੇ ਜਿਹਨੇ ਉਸ ਨੂੰ ਜਾਣਿਆ ਉਹਦੇ ਵਿੱਚ ਉਹ ਲੀਨ ਹੋ ਗਿਆ। ਹੁਣ ਉਹ ਦੱਸਣ ਜੋਗਾ ਨਹੀਂ ਬਚਿਆ। ਉਹ ਬਚਿਆ ਹੀ ਨਹੀਂ ਤਾਂ ਹੁਣ ਦੱਸੇ ਕੀ ਕਿ ਸਮੁੰਦਰ ਕਿੰਨਾ ਹੈ, ਪਰਮਾਤਮਾ ਕਿੰਨਾ ਗਹਿਰਾ ਹੈ। ਇਸ ਲਈ ਸਤਿਗੁਰੂ ਸਮਝਾਉਂਦੇ
सुन वड्डा आखै सब कोई। सुन के हर कोई कहता है कि वह वाहिगुरू वड्डा है। केवड़ वड्डा, किड्डा को वड्डा डिठा होई कि देखण नाल पता लगता है किड्डा को वड्डा। कीमत पाए ना कहे आ जाए। जे कोई उसकी कीमत पा लवे, जे कोई उसनूं जान लवे तो वह कह नहीं सकता। सतगुरु कहते जे हों जाना आखा ना ही। जे जान लवां तो आख नहीं सकता हाँ, कह नहीं सकता हाँ, क्योंकि अल्फाज नहीं मिलते तो लोग समझ भी नहीं सकणगे। साडी सूझ भी इन्नी नहीं है, क्योंकि जिस बारे सानू पता नहीं है उहदे बारे कोई सानू दस्सण की कोशिश भी करे ना तो असीं समझांगे नहीं, क्योंकि जिस चीज़ बारे कदे सुनिया ही नहीं। इस करके लोग कई बार भगतां नूं, साधुआं नूं, फकीरां नूं, गुरुआं नूं पागल तक भी कह छड्डदे ने। क्यों? क्योंकि उन्हां दीयां गल्लां ऐसियां ने जिहड़ियां साडी समझ विच नहीं आउंदियां, साडी पकड़ विच नहीं आउंदियां। असीं ये तो कहंदे नहीं कि सानू समझ नहीं आउंदा, असीं संसारी लोग ये कह दिंदे हैं कि ये बंदा पागल है, इहदियां गल्लां समझ नहीं आउंदियां। जद कि साडे कोल ओहो जी सूझ नहीं है, साडे कोल ओहो जी समर्था नहीं है। इसलिए सतगुरु कहते कीमत पाए ना कहे आ जाए। इस करके फिर वो कहता ही नहीं, वो बयान ही नहीं करता, क्योंकि उन्होंने कहा नहीं जा सकता। कीमत पाए ना कहे आ जाए, कहने वाले तेरे रहे समाए। हे वाहिगुरू, जेड़े तेनू कहण वाले ने, जेड़े तेनू बयान करन वाले ने, वो तेरे विच ही समाए रहंदे ने। वो तेरे विच ही, वो तेरे विच ही लीन हो जाते हैं। इसलिए ऐसा ही है, ऐसा ही कि ਉਹਦੇ ਵਿੱਚ ਹੀ ਉਹ ਸਮਾ ਗਿਆ, ਉਹਦੇ ਵਿੱਚ ਲੀਨ ਹੋ ਗਿਆ। ਜਿਹੜਾ ਉਹਨੂੰ ਗਾਉਂਦਾ, ਉਹਨੂੰ ਕਹਿੰਦਾ, ਉਹਨੂੰ ਬਿਆਨ ਕਰਦਾ ਉਹਦੇ ਵਿੱਚ ਹੀ ਸਮਾ ਗਿਆ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ तेरा केता केवड़ चीरा। हे सच्चे पातशाह, तू बहुत वड्डा है, बड़ा गहर गंभीर है, गुणा दा गहीर। कोई नहीं जानता कि तेरा चीरा, तेरा विस्तार किड्डा है, किन्ना कु विशाल है तू, कोई नहीं दस सकता। रहाओ सब सुरती मिल सुरत कमाई। जेड़े समाधियां लाउण वाले, सुरती जोड़न वाले ने, उन्हां सारियां ने सुरतियां ला के, समाधियां ला के वाहिगुरू दी कीमत जानन दा, वाहिगुरू दा अंत जानन दा यतन कीता, परमेश्वर बारे जानन दा। सतगुरु कहंदे सब सुरती मिल सुरत कमाई। सब ने अपनियां सुरतियां ला के, समाधियां ला के बड़े यतन कीते कि वाहिगुरू नूं जान लईए, वाहिगुरू दी कीमत पा लईए। कीमत तो भाव उहदा मुੱਲ नहीं है कि उहदी मुੱਲ न, उहदा मुੱਲ जानना नहीं, उस वाहिगुरू दी हस्ती नूं जानना है, ना कि उहदे मुੱਲ नूं जानन दी गल है, क्योंकि उहदा ते कोई मुੱਲ ही नहीं ना है। इसलिए उहदी हस्ती नूं जानन दा यतन कीता बहुतियां ने, समाधियां ला के, ध्यान ला के, कई तरह दीयां तपस्यावां करके। सब सुरती मिल सुरत कमाई, सब कीमत मिल कीमत पाई। सब कीमत पाउण वालियां ने उस वाहिगुरू दी मिल के कीमत पाउण दा यतन कीता, उहदी हस्ती नूं जानण दा यतन कीता। पर सतगुरु कहंदे कोई भी ना पा सकिया। ज्ञानी ध्यानी गुर गुरहाई, बड़े बड़े ज्ञानी जिन्हां ने बहुत सारे ग्रंथां दा अध्ययन किया, जिन्हां ने बड़े बड़े ग्रंथां नूं पढ़िया विचारिया। ध्यानी जिन्हां ने बड़ियां ध्यान साधनावां कीतियां, कि जिहड़े ध्यान लाउण वाले, कि ध्यान
ਆਪਣੇ ਆਤਮ ਵਿੱਚ ਧਿਆਨ, ਕਿਸੇ ਚੀਜ਼ ਵਿੱਚ ਧਿਆਨ। ਕਿਉਂਕਿ ਧਿਆਨ ਤੁਸੀਂ ਕਿਸ ਦੇ ਉੱਤੇ ਧਿਆਨ ਲਾਉਂਦੇ ਹੋ? ਕੋਈ ਚੀਜ਼ ਹੋਵੇਗੀ, ਕੋਈ ਵਸਤੂ ਹੋਵੇਗੀ ਨਾ ਕੋਈ ਧਿਆਨ ਲਾਉਣ ਲਈ। ਇਸ ਲਈ ਧਿਆਨ ਦੀਆਂ ਵੀ ਬਹੁਤ ਸਾਰੀਆਂ ਸਾਧਨਾਵਾਂ ਨੇ, ਬਹੁਤ ਸਾਰੀਆਂ ਵਿਧੀਆਂ ਨੇ ਧਿਆਨ ਦੀਆਂ। ਬੜੀਆਂ ਕਿਤਾਬਾਂ ਮਿਲ ਜਾਂਦੀਆਂ ਨੇ ਧਿਆਨ ਦੀਆਂ, ਮੈਡੀਟੇਸ਼ਨ ਦੀਆਂ, ਬਹੁਤ ਸਾਰੀਆਂ, ਅਨੇਕਾਂ ਵਿਧੀਆਂ। ਸਤਿਗੁਰੂ ਕਹਿੰਦੇ ਬੜੇ ਨੇ ਇੱਥੇ ਗਿਆਨੀ, ਬੜੇ ਬੜੇ ਫਿਲਾਸਫਰ, ਦੁਨੀਆ ਭਰੀ ਪਈ ਆ, ਯੂਨੀਵਰਸਿਟੀਆਂ ਭਰੀਆਂ ਪਈਆਂ ਨੇ ਗਿਆਨੀਆਂ ਨਾਲ, ਹਰ ਥਾਂ। ਸਤਿਗੁਰੂ ਕਹਿੰਦੇ ਧਿਆਨੀ ਬੜੇ ਬੜੇ ਧਿਆਨ ਲਾਉਣ ਵਾਲੇ ਨੇ। ਜੇ ਤੁਹਾਨੂੰ ਉਂਝ ਨਾ ਮਿਲੇ ਤਾਂ YouTube ਦੇਖ ਲਿਓ, YouTube ਭਰੀ ਪਈ ਹੈ ਧਿਆਨ ਲਾਉਣ ਦੀਆਂ ਵਿਧੀਆਂ ਦੱਸਣ ਵਾਲਿਆਂ ਨਾਲ। ਇੱਕ ਸਰਚ ਕਰੋਗੇ ਹਜ਼ਾਰਾਂ ਮਿਲ ਜਾਣਗੇ ਕਿ ਧਿਆਨ ਇਵੇਂ ਲਾਉਣਾ ਹੈ, ਧਿਆਨ ਇਵੇਂ ਕਰਨਾ। ਬੜੇ ਨੇ। ਸਤਿਗੁਰੂ ਕਹਿੰਦੇ ਗੁਰ ਗੁਰ ਹਾਈ, ਵੱਡੇ ਵੱਡੇ ਗੁਰੂ, ਆਪਣੇ ਆਪ ਨੂੰ ਬਹੁਤ ਉੱਚ ਲੈਵਲ ਦੇ, ਉੱਚ ਦਰਜੇ ਦੇ ਗੁਰੂ ਕਹਿਣ ਵਾਲੇ ਬੜੇ ਨੇ ਇੱਥੇ। ਪਰ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਹੇ ਸੱਚੇ ਪਾਤਸ਼ਾਹ, ਤੇਰੀ ਵਡਿਆਈ ਨੂੰ ਤਿਲ ਜਿੰਨਾ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਤਿਲ ਜਿੰਨਾ, ਤਿਲ ਕਿੰਨਾ ਕੁ ਹੈ? ਮਾਮੂਲੀ ਜਿਹਾ ਇੱਕ ਕਿਣਕਾ ਤਿਲ, ਇੰਨਾ ਕੁ ਹੈ ਬਸ। ਇੱਕ ਤਿਲ ਜਿੰਨਾ ਵੀ ਅਸੀਂ ਉਸ ਵਾਹਿਗੁਰੂ ਬਾਰੇ ਦੱਸ ਨਹੀਂ ਸਕਦੇ। ਵੱਡੇ ਵੱਡੇ ਸਮਾਧੀਆਂ ਲਾਉਣ ਵਾਲੇ, ਧਿਆਨ ਲਾਉਣ ਵਾਲੇ, ਬੜੇ ਬੜੇ ਗਿਆਨੀ ਧਿਆਨੀ, ਵੱਡੇ ਵੱਡੇ ਗੁਰੂ ਪੀਰ ਸਭ ਥੱਕ ਗਏ, ਪਰ ਇੱਕ ਤਿਲ ਵੀ ਉਸ ਵਾਹਿਗੁਰੂ ਦੀ ਵਡਿਆਈ ਨੂੰ ਨਾ ਦੱਸ ਸਕੇ। ਜਿਨ੍ਹਾਂ ਨੇ ਵੇਦਾਂ ਦਾ ਅਧਿਐਨ ਕੀਤਾ ਉਹ ਕਹਿੰਦੇ ਨੇ, ਸਤਿਗੁਰੂ ਦੀ ਬਾਣੀ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੈ। ਸਤਿਗੁਰੂ ਕਹਿੰਦੇ ਵੇਦਾਂ ਨੇ ਬੜਾ ਬਿਆਨ ਕੀਤਾ ਪਰਮਾਤਮਾ ਨੂੰ, ਬੜਾ ਬਿਆਨ ਕੀਤਾ। ਚਾਰੇ ਵੇਦਾਂ ਵਿੱਚ ਵੱਖ-ਵੱਖ ਢੰਗ ਨਾਲ ਪਰਮਾਤਮਾ ਨੂੰ ਬਿਆਨ ਕੀਤਾ ਗਿਆ, ਪਰ ਅਖੀਰ ਵੇਦਾਂ ਵਿੱਚ ਵੀ ਇਹ ਗੱਲ ਲਿਖੀ ਹੈ, ਅਖੀਰ ਤੇ ਨੇਤ ਨੇਤ ਨੇਤ, ਮਤਲਬ ਬੇਅੰਤ ਬੇਅੰਤ ਬੇਅੰਤ, ਉਹਦਾ ਕੋਈ ਅੰਤ ਨਹੀਂ ਹੈ। ਕੋਸ਼ਿਸ਼ ਕੀਤੀ ਬਿਆਨ ਕਰਨ ਦੀ, ਪਰ ਬਿਆਨ ਨਹੀਂ ਹੋ ਸਕਿਆ। ਇਸ ਲਈ ਇਹ ਕਹਿਣਾ ਪਿਆ ਕਿ ਬੇਅੰਤ ਹੈ, ਬੇਅੰਤ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਹੇ ਵਾਹਿਗੁਰੂ, ਤੇਰੀ ਤਿਲ ਜਿੰਨੀ ਵੀ ਵਡਿਆਈ ਨਹੀਂ ਕਹੀ ਜਾ ਸਕਦੀ। ਸਭ ਸੱਤ, ਸਭ ਤਪ, ਸਭ ਚੰਗਿਆਈਆਂ, ਸਭ ਸੱਤ ਕਿ ਸੱਤ ਕਰਮ, ਸੱਤ ਨੂੰ ਧਾਰਨ ਕਰਨ ਵਾਲੇ ਲੋਕ, ਸਭ ਤਪ ਕਿ ਸਭ ਤਰ੍ਹਾਂ ਦੇ ਤਪ, ਸਭ ਤਰ੍ਹਾਂ ਦੀ ਤਪੱਸਿਆ, ਸਾਰੀਆਂ ਚੰਗਿਆਈਆਂ, ਜਿੰਨੀਆਂ ਵੀ ਚੰਗਿਆਈਆਂ ਹੋ ਸਕਦੀਆਂ, ਕਿਉਂਕਿ ਚੰਗਿਆਈਆਂ ਵੀ ਬੜੀਆਂ ਕਿਸਮ ਦੀਆਂ ਨੇ ਨਾ, ਸਭ ਚੰਗਿਆਈਆਂ। ਤੇ ਜਿੰਨੇ ਇੱਥੇ ਸਿੱਧ ਪੁਰਖ ਨੇ, ਸਤਿਗੁਰੂ ਕਹਿੰਦੇ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਸਿੱਧਾਂ ਪੁਰਖਾਂ ਦੀਆਂ ਜਿਹੜੀਆਂ ਵਡਿਆਈਆਂ ਨੇ, ਉਹਨਾਂ ਦੀ ਜਿਹੜੀ ਸੋਭਾ ਹੈ, ਇਹਨਾਂ ਸਾਰਿਆਂ ਨੇ ਤੁਧ ਬਿਨ ਸਿੱਧੀ ਕਿਨੇ ਨਾ ਪਾਈ ਆ। ਤੇਰੇ ਤੋਂ ਬਿਨਾਂ ਸਿੱਧੀ ਕਿਸੇ ਨੇ ਵੀ ਪ੍ਰਾਪਤ ਨਹੀਂ ਕੀਤੀ। ਤੂੰ ਹੀ ਕਿਰਪਾ ਕਰਕੇ ਕਿਸੇ ਨੂੰ ਸਿੱਧੀ ਦਿੰਦਾ ਹੈ, ਸਫਲਤਾ ਦਿੰਦਾ ਹੈ ਤਾਂ ਮਿਲਦੀ ਹੈ। ਲੋਕ ਦਾਨ ਬਹੁਤ ਕਰਦੇ ਨੇ, ਲੋਕ ਜਪ ਤਪ ਬਹੁਤ ਕਰਦੇ ਨੇ, ਚੰਗਿਆਈਆਂ ਬਹੁਤ ਧਾਰਨ ਕਰਦੇ ਨੇ, ਬੜਾ ਕੁਛ, ਪਰ ਵਡਿਆਈ ਉਸ ਨੂੰ ਮਿਲਦੀ ਜਿਹਨੂੰ ਤੂੰ ਦਿੰਦਾ ਹੈ। ਸਿੱਧੀ ਉਸ ਨੂੰ ਮਿਲਦੀ ਜਿਹਨੂੰ ਤੂੰ ਬਖਸ਼ਦਾ ਹੈ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ। ਤੇਰੇ ਬਿਨਾ ਸਿੱਧੀ ਕਿਸੇ ਨੇ ਵੀ ਪ੍ਰਾਪਤ ਨਹੀਂ ਕੀਤੀ। ਇਸ ਲਈ ਇਹਨੂੰ ਪਾਈਆਂ ਨਹੀਂ ਪੜ੍ਹਨਾ, ਪਾਈਆਂ ਨਹੀਂ ਹੈ। ਸਿੱਧੀ ਇੱਕ ਬਚਨ ਹੈ, ਸਿੰਗਲ ਸ਼ਬਦ ਹੈ, ਇੱਕ ਬਚਨ, ਤੇ ਉਹਦੇ ਨਾਲ ਪਾਈਆ ਕਿ ਸਿੱਧੀ ਕਿਸੇ ਨੇ ਵੀ ਪ੍ਰਾਪਤ ਨਹੀਂ ਕੀਤੀ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ। ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਤੇਰਾ ਕਰਮ, ਤੇਰੀ ਬਖਸ਼ਿਸ਼ ਮਿਲਦੀ, ਉਹਨਾਂ ਦੇ ਦਰ ਰਾਹ ਵਿੱਚ ਕਦੇ ਠਾਕ ਰੋਕ ਨਹੀਂ ਲੱਗਦੀ। ਉਹਨਾਂ ਦੇ ਰਾਹ ਵਿੱਚ ਕਦੇ ਕੋਈ ਰੋਕ ਨਹੀਂ ਖੜੀ ਕਰ ਸਕਦਾ, ਜਿਨ੍ਹਾਂ ਤੇ ਤੇਰਾ ਕਰਮ ਹੋ ਜਾਂਦਾ ਹੈ, ਜਿਨ੍ਹਾਂ ਤੇ ਤੇਰੀ ਰਹਿਮਤ ਹੋ ਜਾਂਦੀ। ਕਰਮ ਮਿਲੇ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ। ਸਤਿਗੁਰੂ ਕਹਿੰਦੇ ਜਿਹੜਾ ਉਸ ਨੂੰ ਆਖਦਾ ਹੈ ਉਹ ਕੀ ਵਿਚਾਰਾ, ਕੀ ਕਹਿ ਸਕਦਾ ਹੈ।
उस वाहिगुरू के संबंध में वो बेचारा की बयान करे, की कहे। आखण वाला क्या बेचारा सिफती भरे तेरे भंडारा, तेरे भंडार सिफतां नाल भरे पे ने, तेरियां सिफतियां दे भंडार भरे पे ने, की कोई बयान कर सकता है। जिस तू दे तिस है क्या चारा, जिनू तू कृपा करके देना है। सतगुरु कहते जिनू तू रहमत करके ये दान बख्श देवें, जिनू तू कृपा करके अपनी सिफत का भंडार बख्श देवें, उस बंदे नूं होर दुनिया का चारा नहीं रह जाता। भाव वो दुनिया वाले पासे नहीं पैंदा, दुनिया के आसरे नहीं रहिंदा। तिस है क्या चारा, उन्होंने वाहिगुरू तो बिना होर कोई चारा नहीं, सिर्फ परमात्मा ही उहदा आसरा, उहदा सब कुछ वाहिगुरू। जिन्हों वाहिगुरू रहमत करके दात देवे, नानक सच सवारनहारा। सतगुरु कहते उही वाहिगुरू है जिहड़ा सबनूं सवारनहारा, सच नाल जुड़ के उस सच्चे विच लीन हो के ही बंदे का जीवन सवरदा है। उही सवारनहार है, वो सच्चा वाहिगुरू ही सवारनहार, उस तो बिना होर कोई नहीं। उहदे नाल जुड़ के ही असीं सवरदे हां। जिवें उहदे प्रेम विच पै जांदे हां, जिवें उहदी भगती विच लग जांदे हां, असीं सवरन लग जांदे हां। साडे जीवन विच फर्क आउण लग जांदा है, असीं बदल जांदे हां, बिल्कुल तब्दीली आ जाती साडे जीवन विच। वो नहीं रह जाते जो जुड़न तो पहला हुंदे सन। इसलिए सतगुरु कहते उही सवारनहार है, सच नाल जुड़ के ही बंदा सवरदा है। सतगुरु रहमत करे साडे सारियां दे जीवन विच वो सच्चा वाहिगुरू आ वसे, उहदे नाल जुड़ के साडा जीवन सवरे। सतगुरु गुरु गोबिंद सिंह साहिब महाराज जिन्हां दे चारे सपुत्र, जिन्हां गुरु दे मार्ग ते चलदिआं धर्म नूं कमाया अते धर्म तो अपना आपा वारिया। सतगुरु दे चारे सपुत्र, उन्हां दे विचों सब तो छोटे साहिबजादा बाबा फतेह सिंह जी, उन्हां दा अज जन्म दिहाड़ा है। अज दे दिन 1700 वाहिगुरू 1698 नूं माता जीतो जी की कुख तो उन्होंने जन्म लिया आनंदपुर साहिब की पावन धरती ते। गुरु गोबिंद सिंह साहिब महाराज जी दे ये सब तो छोटे सपुत्र ते इन्हां नाल संबंधित इतिहास विचों सिर्फ इक्को ही घटना साडे सामने है, क्योंकि 6-7 कु साल का इन्हां दा समुच्चा जीवन है। 7 साल तो भी घट उम्र इन्हां ने इस संसार विच बतीत की है। तो इस करके इन्हां दे जीवन इतिहास नाल संबंधित सिर्फ एक आधी घटना सानू पढ़न सुनन नूं मिलदी है। महान कोश विच भाई कान सिंह नाभा ने इस घटना का जिक्र किया है कि गुरु गोबिंद सिंह साहिब महाराज जी के सपुत्र, वड्डे सपुत्र जोरावर सिंह जी, उन्हां तो वड्डे जुझार सिंह जी, अजीत सिंह जी, वो खेड रहे सन। तो इन्हां दी उम्र उस वेले कोई 4 कु साल की होवेगी। वो खेड रहे सन तो इन्हां ने जिद की बाबा फतेह सिंह होरां ने कि मैनू भी अपने नाल खिलावो। तो उन्हें आख्या कि तुसी हाले छोटे हो, तुसी साडे नाल नहीं खेल सकते, तुहानू साडे नाल खेलण लई साडे वर्गे होना पैना है। जदों साडे वर्गे वड्डे हो जाओगे ना, फिर साडे नाल तुसी खेल सकोगे, हाले तुसी छोटे हो। तो हुण बाबा फतेह सिंह हुण है ते अपने गुरु पिता गुरु गोबिंद सिंह साहिब महाराज दे पुत्र, हुण उन्हां दी बुद्धि देखो। वो उस वेले अंदर चले गए, अंदर गए तो अपने सीस दे उपर, अपनी छोटी जी दस्तार दे उपर कई सारियां दस्तारां बन लईआं, कई सारियां, कि जदों काफ़ी दस्तारां सिर दे उत्ते सजा लईआं ते कोई 1-1.5 फुट उच्चा उन्हां दा दस्तारां नाल सिर उच्चा हो गया।
ਤੇ ਉਹ ਵਾਪਸ ਆਏ। ਵਾਪਸ ਆ ਕੇ ਆਪਣੇ ਵੱਡੇ ਵੀਰਾਂ ਨੂੰ ਆਖਦੇ ਨੇ ਕਿ ਹੁਣ ਦੇਖੋ ਹੋ ਗਿਆ ਨਾ ਮੈਂ ਤੁਹਾਡੇ ਬਰਾਬਰ, ਤੁਸੀਂ ਮੈਨੂੰ ਕਹਿੰਦੇ ਸੀ ਕਿ ਸਾਡੇ ਬਰਾਬਰ ਹੋ ਜਾ ਫਿਰ ਤੂੰ ਖੇਡੇਗਾ, ਆ ਵੇਖ ਲਓ ਮੈਂ ਤੁਹਾਡੇ ਬਰਾਬਰ ਹੋ ਗਿਆ, ਹੁਣ ਤੇ ਮੈਨੂੰ ਖਿਲਾਓ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਸ ਘਟਨਾ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਪੁੱਤਰ ਕੀ ਕਰ ਰਹੇ ਨੇ, ਤਾਂ ਉਹਨਾਂ ਨੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਬੁਲਾ ਕੇ ਆਖਿਆ ਕਿ ਪੁੱਤਰ, ਕਿ ਤੁਹਾਡਾ ਇੱਕ ਪੰਥ ਚੱਲੇਗਾ ਜਿਨ੍ਹਾਂ ਨੂੰ ਅਕਾਲੀ ਸਿੰਘ ਕਿਹਾ ਜਾਵੇਗਾ, ਨੀਲੇ ਬਾਣੇ ਵਾਲੇ ਹੋਇਆ ਕਰਨਗੇ। ਉਹ ਇਸ ਤਰ੍ਹਾਂ ਉੱਚੀਆਂ ਦਸਤਾਰਾਂ, ਵੱਡੇ ਦੁਮਾਲੇ ਆਪਣੇ ਸਿਰ ਦੇ ਉੱਤੇ ਸਜਾਇਆ ਕਰਨਗੇ। ਨੀਲੇ ਬਾਣੇ ਵਾਲਾ ਨਿਹੰਗ ਜਥਾ ਉਹ ਤੁਹਾਡੇ ਨਾਮ ਨਾਲ ਚੱਲੇਗਾ। ਇਸ ਲਈ ਗੁਰੂ ਸਾਹਿਬ ਨੇ 5 ਸਿੰਘ ਬਾਬਾ ਫਤਿਹ ਸਿੰਘ ਜੀ ਦੇ ਸੁਪੁਰਦ ਕੀਤੇ ਤੇ ਉਹਨਾਂ ਦਾ ਜਥੇਦਾਰ ਬਣਾਇਆ ਬਾਬਾ ਫਤਿਹ ਸਿੰਘ ਜੀ ਨੂੰ। 5 ਸਿੰਘ ਤੇ ਉਹਨਾਂ ਸਿੰਘਾਂ ਦੇ ਵਿੱਚ ਦੇਵਾ ਸਿੰਘ, ਟਹਿਲ ਸਿੰਘ, ਮਾਨ ਸਿੰਘ, ਇਹ ਸਾਰੇ ਮੌਜੂਦ ਸਨ। ਉਹਨਾਂ ਨੂੰ ਸਤਿਗੁਰੂ ਜੀ ਨੇ ਬਾਬਾ ਫਤਿਹ ਸਿੰਘ ਜੀ, ਉਹਨਾਂ ਨੂੰ ਨਿਹੰਗ ਸਿੰਘ, ਨੀਲੇ ਬਾਣੇ ਵਾਲੇ ਨਿਹੰਗ ਸਿੰਘ ਕਿਹਾ ਜਾਣ ਲੱਗਾ। ਇਸ ਲਈ ਨਿਹੰਗ ਸੰਪਰਦਾਵਾਂ ਇਹ ਮੰਨਦੀਆਂ ਨੇ ਕਿ ਜਿਹੜੇ ਨੀਲੇ ਬਾਣੇ ਵਾਲਿਆਂ ਦੀ ਨਿਹੰਗ ਸੰਪਰਦਾ ਹੈ ਉਹ ਇਸ ਘਟਨਾ ਤੋਂ ਜਿਹੜੀ ਹੈ ਉਹ ਆਰੰਭ ਹੁੰਦੀ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਛੋਟੇ ਸੁਪੁੱਤਰ ਬਾਬਾ ਫਤਿਹ ਸਿੰਘ, ਉਹਨਾਂ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ ਅਤੇ ਫਿਰ ਉਹਨਾਂ ਦੀ 13 ਪੋਹ ਨੂੰ ਜੋ ਸ਼ਹਾਦਤ ਹੁੰਦੀ ਹੈ ਉਹ ਆਪਾਂ ਉਸ ਦਿਨ ਹੀ ਵਿਚਾਰ ਕਰਾਂਗੇ। ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ, ਜਨਮ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਈਆਂ ਭੁੱਲਾਂ ਲੈ ਕੇ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।